सत श्री अकाल जी। एक बार फिर तो बहुत बहुत स्वागत है साडा सारिਆਂ ਦਾ ਤੁਹਾਡਾ ਸਾਰਿਆਂ ਦਾ। ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ ਤਾਂ ਹਮੇਸ਼ਾ ਦੀ ਤਰ੍ਹਾਂ ਹੀ 10ਵੀਂ ਸ਼੍ਰੇਣੀ ਦਾ ਪਾਠ ਨੰਬਰ 2 है जी ਜੋਗਰਾਫੀ ਦਾ ਭੂਗੋਲ ਦਾ, ਜਿਸ ਦੇ ਕੁਝ ਪ੍ਰਸ਼ਨ ਆਨਸਰ बड़े ही ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਹਿਮਾਲਿਆ ਪਰਬਤ ਦੇ ਦੱਖਣ ਦੀ ਪਠਾਰ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ। ਤਾਂ ਦੋਨਾਂ ਵਿੱਚ ਕਈ ਸੈਲਾਨੀ ਸਥਾਨ ਹਨ। ਕੁਝ ਸਮਾਨਤਾਵਾਂ ਕਿਹੜੀਆਂ ਹਨ ਜਿਹੜੀਆਂ ਮਿਲਦੀਆਂ ਹਨ? ਦੋਨਾਂ ਵਿੱਚ ਕਈ ਸੈਲਾਨੀ ਸਥਾਨ ਹਨ, ਯਾਨੀ ਕਿ ਘੁੰਮਣ ਫਿਰਨ ਦੇ ਦੋਨਾਂ ਦੇ ਵਿੱਚ ਸਥਾਨ ਹਨ। ਦੋਨਾਂ ਤੋਂ ਸਾਨੂੰ ਕਈ ਤਰ੍ਹਾਂ ਦੇ ਖਣਿਜ ਪਦਾਰਥ ਮਿਲਦੇ ਹਨ। ਤਾਂ ਦੋਨਾਂ ਤੋਂ ਹੀ ਸਾਨੂੰ ਕਈ ਪ੍ਰਕਾਰ ਦੇ ਜਿਹੜੇ ਖਣਿਜ ਪਦਾਰਥ ਵੀ ਮਿਲਦੇ ਆ। ਤਾਂ ਦੋਨਾਂ ਵਿੱਚ ਹੀ ਜੰਗਲ ਪਾਏ ਜਾਂਦੇ ਹਨ, ਇਸ ਲਈ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਅਤੇ ਲੱਕੜ ਪ੍ਰਾਪਤ ਹੁੰਦੀ ਹੈ। ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਜੰਗਲਾਂ ਤੋਂ ਸਾਨੂੰ ਜਿਹੜੇ ਹਿਮਾਲਿਆ ਪਰਬਤ ਹੈ, ਪਹਾੜ ਹੈ, ਇੱਥੇ ਜੋ ਜੰਗਲ ਪਾਏ ਜਾਂਦੇ ਉਹਨਾਂ ਤੋਂ ਸਾਨੂੰ ਕਈ ਪ੍ਰਕਾਰ ਦੀ ਲੱਕੜੀ, ਫਿਰ ਉਹਨਾਂ ਦੇ ਵਿੱਚੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੁਣਕਾਰੀ ਜੜੀ ਬੂਟੀਆਂ ਪ੍ਰਾਪਤ ਹੁੰਦੀਆਂ। ਅਤੇ ਇਸ ਤਰ੍ਹਾਂ ਜਿਹੜਾ ਹਿਮਾਲਿਆ ਪਰਬਤ ਦੇ ਦੱਖਣ ਦੀ ਪਠਾਰ ਹੈ, ਉਹਨਾਂ ਦੇ ਵਿੱਚ ਜਿਹੜੀਆਂ ਕੁਝ ਸਮਾਨਤਾਵਾਂ ਜਿਹੜੀਆਂ ਸੇਮ ਪਾਈਆਂ ਜਾਂਦੀਆਂ ਹਨ, ਜੋ ਅਸੀਂ ਪੜ੍ਹੀਆਂ ਹਨ। ਤਾਂ ਯਾਨੀ ਕਿ ਕਹਿਣ ਦਾ ਮਤਲਬ ਇਹਨਾਂ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ। ਅਤੇ ਇਸ ਪ੍ਰਸ਼ਨ ਨੂੰ ਅਸੀਂ ਬੜੇ ਹੀ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਬੇਟਾ ਬਹੁਤ ਹੀ ਸਰਲ ਭਾਸ਼ਾ ਵਿੱਚ ਤੁਹਾਡੇ ਤੱਕ ਲੈ ਕੇ ਆਏ ਹਾਂ। ਤਾਂ ਤੁਸੀਂ ਇਸ ਦੇ ਨੋਟਸ ਤਿਆਰ ਕਰਨੇ ਔਰ ਅੱਛੀ ਤਰ੍ਹਾਂ ਪੜ੍ਹ ਕੇ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ, ਸਮਝ ਲੈਣਾ ਹੈ। ਠੀਕ ਹੈ ਜੀ। ਹਾਂਜੀ ਬੱਚੇ, ਅਤੇ ਅਗਲਾ ਪ੍ਰਸ਼ਨ ਹੈ ਸਾਡਾ, ਕੀ ਹਿਮਾਲਿਆ ਪਰਬਤ ਅਜੇ ਸੱਚਮੁੱਚ ਹੀ ਜਵਾਨ ਹਾਲਤ ਵਿੱਚ ਹੈ? ਤਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਇਹ। ਹਿਮਾਲਿਆ ਪਰਬਤੀ ਖੇਤਰ ਹੈ, ਜੋ ਇੱਥੇ ਪਾਰਬਤੀ ਲਿਖਿਆ ਹੋਇਆ, ਪਰਬਤੀ ਲਿਖ ਲੈਣਾ ਸੀ। ਖੇਤਰ ਦਾ ਜਨਮ ਤਿੱਬਤ ਦੇ ਪਠਾਰ ਅਤੇ ਗੋਂਡਵਾਨਾ ਲੈਂਡ ਦੇ ਦੱਖਣੀ ਪਠਾਰ ਇੱਕ ਦੂਸਰੇ ਵੱਲ ਵਧਣ ਨਾਲ ਹੋਇਆ ਹੈ। ਯਾਨੀ ਕਿ ਤਿੱਬਤ ਦੇ ਪਠਾਰ ਅਤੇ ਗੋਂਡਵਾਨਾ ਲੈਂਡ ਦੇ ਜੋ ਦੱਖਣੀ ਪਠਾਰ ਸੀ, ਜਦੋਂ ਇੱਕ ਦੂਸਰੇ ਵੱਲ ਵਧਣਾ ਸ਼ੁਰੂ ਹੋਏ ਤਾਂ ਮੋੜ ਪੈਣ ਦੇ ਕਾਰਨ ਜਿਹੜੇ ਹਿਮਾਲਿਆ ਪਰਬਤ ਦਾ ਉਥਾਨ ਹੋਇਆ। ਇੱਕ ਦੂਸਰੇ ਵੱਲ ਵਧਣ ਕਾਰਨ ਇਹਨਾਂ ਪਠਾਰਾਂ ਵਿਚਕਾਰ ਜਮ੍ਹਾਂ ਜੋ ਤਲਛਟ ਦੀ ਉਚਾਈ ਵੱਧ ਗਈ ਅਤੇ ਹਿਮਾਲਿਆ ਪਰਬਤ ਹੋਂਦ ਵਿੱਚ ਆਇਆ। ਇਹ ਉਚਾਈ ਅੱਜ ਵੀ ਵੱਧ ਰਹੀ ਹੈ। ਠੀਕ ਹੈ ਜੀ, ਇਹ ਨੋਟ ਕਰਨ ਵਾਲੀ ਗੱਲ ਹੈ। ਅੱਜ ਵੀ ਕਹਿਣ ਦਾ ਮਤਲਬ ਕਿ ਹਿਮਾਲਿਆ ਪਰਬਤ ਉੱਪਰ ਨੂੰ ਉੱਠ ਰਿਹਾ ਹੈ, ਇਸ ਲਈ ਹਿਮਾਲਿਆ ਪਰਬਤ ਨੂੰ ਜਵਾਨ ਕਿਹਾ ਜਾਂਦਾ ਹੈ। ਅਗਰ ਲਿਖਣ ਦੇ ਵਿੱਚ ਕਿਸੇ ਕਿਸਮ ਦੀ ਬੇਟਾ ਕੋਈ ਗੜਬੜ ਹੋਈ ਹੈ ਤਾਂ ਤੁਸੀਂ ਸੁਣ ਕੇ ਉਸ ਨੂੰ ਠੀਕ ਲਿਖ ਸਕਦੇ ਹੋ। ਠੀਕ ਹੈ, ਇਸ ਉਚਾਈ ਦੇ ਅੱਜ ਵੀ ਵੱਧ ਰਹੀ ਹੈ ਜੋ ਉਚਾਈ, ਇਸ ਲਈ ਹਿਮਾਲਿਆ ਪਰਬਤ ਨੂੰ ਅੱਜ ਵੀ ਕੀ ਹੈ, ਜਵਾਨ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ, ਬਹੁਤ ਹੀ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਜਿਹੜੇ ਇਹ ਕੁਐਸਚਨ ਆਨਸਰ ਤੁਹਾਡੇ ਤੱਕ ਲੈ ਕੇ ਆਏ ਹਾਂ। ਦੂਸਰਾ ਜਿਹੜਾ ਅਗਲਾ ਪ੍ਰਸ਼ਨ ਹੈ ਸਾਡਾ, ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ਦਾ ਚਾਨਣਾ ਪਾਓ। ਵੀ ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਹਾਂਜੀ, ਤਾਂ ਇਸ ਵਿੱਚ ਬਹੁਤ ਸਾਰੇ ਦਰੇ ਹਨ ਜੋ ਪਹਾੜੀ ਰਸਤੇ ਬਣਾਉਂਦੇ ਹਨ, ਅਤੇ ਇਸ ਵਿੱਚ ਕਾਠਮੰਡੂ ਦੀ ਘਾਟੀ ਅਤੇ ਕਸ਼ਮੀਰ ਦੀ ਘਾਟੀ ਕਾਫੀ ਪ੍ਰਸਿੱਧ ਹਨ। ਤਾਂ ਮਹਾਨ ਹਿਮਾਲਿਆ ਦੀਆਂ ਜਿਨ੍ਹਾਂ ਦੀ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਗਈ ਹੈ, ਤਾਂ ਇਸ ਵਿੱਚ ਬਹੁਤ ਸਾਰੇ ਦਰੇ ਹਨ ਜੋ ਪਹਾੜੀ ਰਸਤੇ ਬਣਾਉਂਦੇ ਹਨ। ਤਾਂ ਪਹਾੜੀ ਰਸਤੇ ਦਰਾ ਸ਼ਬਦ ਅਸੀਂ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਕਿ ਪਹਾੜਾਂ ਦੇ ਵਿੱਚ ਦੀ ਲੰਘਣ ਲਈ ਕੁਦਰਤ ਵੱਲੋਂ ਹੀ ਬਣਾਇਆ ਗਿਆ ਇੱਕ ਰਸਤਾ ਹੁੰਦਾ ਹੈ, ਜਿਸ ਨੂੰ ਦਰਾ ਬੋਲ ਦਿੱਤਾ ਜਾਂਦਾ ਹੈ। ਠੀਕ ਹੈ, ਇਹ ਪਹਾੜੀ ਰਸਤੇ ਹਨ। ਇਸ ਦੀ ਇਹ ਵਿਸ਼ੇਸ਼ਤਾ, ਇੱਕ ਕਾਠਮੰਡੂ ਦੀ ਘਾਟੀ ਅਤੇ ਕਸ਼ਮੀਰ ਦੀ ਘਾਟੀ ਕਾਫੀ ਪ੍ਰਸਿੱਧ ਹਨ, ਜੋ ਕਿ ਘੁੰਮਣ ਫਿਰਨ ਦੇ ਲਈ ਵੀ ਤੁਸੀਂ ਜਾਣਦੇ ਕਿ ਇਹ ਜਿਹੜੀਆਂ ਜਗ੍ਹਾ ਹੈਗੀਆਂ ਕਾਫੀ ਪ੍ਰਸਿੱਧ ਹਨ। ਅਗਲਾ ਪ੍ਰਸ਼ਨ ਹੈ, ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਕਿਹੜੇ ਜਲੋੜ ਮੈਦਾਨਾਂ ਦਾ ਨਿਰਮਾਣ ਹੋਇਆ ਹੈ? ਤਾਂ ਖਾਂਡਰ ਦੇ ਮੈਦਾਨ ਅਸੀਂ ਪਾਠ ਵਿੱਚ ਪੜ੍ਹਿਆ ਸੀ। ਖਾਂਡਰ ਦੇ ਮੈਦਾਨ, ਬਾਂਗਰ ਦੇ ਮੈਦਾਨ, ਭਾਬਰ ਦੇ ਮੈਦਾਨ, ਤਰਾਈ ਦੇ ਮੈਦਾਨ ਅਤੇ ਬੰਜਰ ਮੈਦਾਨ। ਇਹਨਾਂ ਨੂੰ ਅਸੀਂ ਥੋੜ੍ਹਾ ਐਕਸਪਲੇਨ ਵੀ ਕਰ ਸਕਦੇ ਹਾਂ ਬੁੱਕ ਦੀ ਹੈਲਪ ਲੈ ਕੇ। ਠੀਕ ਹੈ, ਬਟ ਇਹ ਪੁਆਇੰਟ ਜਿਹੜੇ ਮਾਸਟਰ ਅਸੀਂ ਪੁਆਇੰਟ ਜ਼ਰੂਰ ਯਾਦ ਰੱਖਣੇ। ਅਗਲਾ ਪ੍ਰਸ਼ਨ ਸਾਡੇ ਕੋਲ, ਥਾਰ ਮਾਰੂਥਲ ਦੇ ਇੱਕ ਭੂਗੋਲਿਕ ਨੋਟ ਲਿਖੋ। ਤਾਂ ਥਾਰ ਮਾਰੂਥਲ ਪੰਜਾਬ ਅਤੇ ਹਰਿਆਣੇ ਦੇ ਦੱਖਣੀ ਭਾਗ ਤੋਂ ਲੈ ਕੇ ਗੁਜਰਾਤ ਦੇ ਰਨ ਆਫ ਕੱਛ ਤੱਕ ਫੈਲਿਆ ਹੋਇਆ ਹੈ। ਪੰਜਾਬ ਅਤੇ ਹਰਿਆਣੇ ਦੇ ਯਾਨੀ ਕਿ ਨੀਚੇ ਵਾਲਾ ਦੱਖਣੀ ਭਾਗ ਤੋਂ ਲੈ ਕੇ ਗੁਜਰਾਤ ਦੇ ਰਨ ਆਫ ਕੱਛ ਤੋਂ ਫੈਲਿਆ ਹੋਇਆ ਹੈ। ਬਹੁਤ ਸਮੇਂ ਪਹਿਲਾਂ ਇਹ ਖੇਤਰ ਸਮੁੰਦਰ ਦੇ ਹੇਠਾਂ ਸੀ। ਇਸ ਦੇ ਉਪਜਾਊ ਹੋਣ ਦੇ ਸਬੂਤ ਵੀ ਮਿਲੇ ਹਨ, ਯਾਨੀ ਕਿ ਕਹਿਣ ਦਾ ਮਤਲਬ ਕਿਸੇ ਟਾਈਮ ਇਹ ਮੈਦਾਨ ਆ ਜਿਹੜਾ ਉਪਜਾਊ ਵੀ ਸੀ, ਪਰ ਘੱਟ ਵਰਖਾ ਹੋਣ ਕਰਕੇ ਇਹ ਰੇਤ ਦੇ ਵੱਡੇ ਟਿੱਲਿਆਂ ਵਿੱਚ ਬਦਲ ਗਿਆ ਹੈ। ਪਰ ਜੇਕਰ ਅਸੀਂ ਪ੍ਰੈਜੈਂਟ ਟਾਈਮ ਦੀ ਗੱਲ ਕਰੀਏ ਬੱਚੇ, ਤਾਂ ਪ੍ਰੈਜੈਂਟ ਟਾਈਮ ਦੇ ਵਿੱਚ ਜਿਹੜਾ ਥਾਰ ਮਾਰੂਥਲ ਹੈ, ਰੇਤ ਦੇ ਵੱਡੇ ਟਿੱਲਿਆਂ ਦੇ ਵਿੱਚ ਤਬਦੀਲ ਹੋ ਗਿਆ ਹੈ। ਬਟ ਕੋਈ ਟਾਈਮ ਸੀਗਾ ਜਿਸ ਸਮੇਂ ਇੱਥੇ ਯਾਨੀ ਕਿ ਇਹ ਮੈਦਾਨ ਉਪਜਾਊ ਵੀ ਸੀ, ਇਸ ਦੇ ਉਪਜਾਊ ਹੋਣ ਦੇ ਸਬੂਤ ਵੀ ਮਿਲਦੇ ਹਨ। ਠੀਕ ਹੈ, ਤਾਂ ਇਹ ਥਾਰ ਮਾਰੂਥਲ ਦੀਆਂ ਕੁਝ ਵਿਸ਼ੇਸ਼ਤਾਵਾਂ। ਨੈਕਸਟ ਹੈ ਸਾਡੇ ਕੋਲ, ਸਥਿਤੀ ਦੇ ਆਧਾਰ 'ਤੇ ਪੰਜਾਬ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਉਦਾਹਰਨਾਂ ਅਤੇ ਚਿੱਤਰ ਸਮੇਤ ਵਿਆਖਿਆ ਕਰੋ। ਤਾਂ ਚਿੱਤਰ ਇੱਥੇ ਨਹੀਂ ਹੈ, ਤਾਂ ਚਿੱਤਰ ਤੁਸੀਂ ਆਪਣੀ ਬੁੱਕ ਦੇ ਉੱਪਰ ਉਸ ਦੀ ਸਹਾਇਤਾ ਲੈ ਸਕਦੇ ਹੋ। ਤੱਟ ਤੋਂ ਦੂਰ ਦੇ 2 ਟਾਪੂ, ਇਹਨਾਂ ਦੀ ਗਿਣਤੀ ਲਗਭਗ 200 ਕੀ ਹੈ? ਠੀਕ ਹੈ, 200 ਹੈ। ਇਹਨਾਂ ਨੂੰ 2 ਭਾਗਾਂ ਅਰਬ ਦੇ
ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਦੇ ਦੀਪ ਸਮੂਹਾਂ ਵਿੱਚ ਵੰਡਿਆ ਗਿਆ ਹੈ। ਤਾਂ ਤੁਸੀਂ ਮੈਪ ਦੇਖੋ, ਮੈਪ ਦੇ ਦੋਨੋਂ ਸਾਈਡ ਇੱਕ ਪਾਸੇ ਅਰਬ ਸਾਗਰ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ। ਤਾਂ ਤੁਹਾਨੂੰ ਨੀਚੇ ਜਿਹੜੇ ਲਕਸ਼ਦੀਪ ਦੀਪ ਸਮੂਹ ਸਾਡੇ ਜਿਹੜੇ ਟਾਪੂ ਹੈਗੇ ਆ ਛੋਟੇ ਛੋਟੇ ਤੁਹਾਨੂੰ ਦਿਖਾਈ ਦੇਣਗੇ। ਤੱਟ ਦੇ ਨੇੜੇ ਦੀਪ, ਇਹਨਾਂ ਦੀਪਾਂ ਵਿੱਚ ਗੰਗਾ ਦੇ ਡੈਲਟੇ ਦੇ ਨੇੜੇ ਦੇ ਦੀਪ ਮਿਲਦੇ ਹਨ। ਇਸ ਤੋਂ ਇਲਾਵਾ ਮੁੰਬਈ ਅਤੇ ਗੁਜਰਾਤ ਦੇ ਤੱਟੀ ਦੀਪ ਦੇ ਕੱਛ ਦੀ ਖਾੜੀ ਆਦਿ ਵੀ ਇਹ ਕਈ ਦੀਪ ਹਨ। ਯਾਨੀ ਕਿ ਜੋ ਬਿਲਕੁਲ ਸਮੁੰਦਰੀ ਸਾਡੀ ਜਿਹੜੀ ਤੱਟ ਰੇਖਾ ਦੇ ਨਾਲ ਤੱਟ ਰੇਖਾ ਕੀ ਹੈ, ਪਹਿਲਾਂ ਤਾਂ ਤੱਟ ਜਿੱਥੇ ਸਮੁੰਦਰ ਅਤੇ ਪਾਣੀ ਆਪਸ ਵਿੱਚ ਮਿਲਦੇ ਆ ਬੇਟਾ, ਉਸ ਨੂੰ ਅਸੀਂ ਤੱਟ ਬੋਲ ਦਿੰਦੇ ਹਾਂ। ਤਾਂ ਤੁਸੀਂ ਜਾਣਦੇ ਹੋ ਕਿ ਸਾਡੇ ਭਾਰਤ ਨੂੰ 3 ਪਾਸਿਆਂ ਤੋਂ ਪਾਣੀ ਨੇ ਘੇਰਿਆ ਹੋਇਆ ਹੈ। ਅਤੇ ਜਿਹੜੇ ਦੀਪ ਹੈਗੇ ਉਹ ਪਾਣੀ ਦੇ ਵਿੱਚ ਜਿਹੜੇ ਜਿਵੇਂ ਲਕਸ਼ਦੀਪ ਸਮੂਹ ਹੈ, ਆਂਡੇਮਾਨ ਨਿਕੋਬਾਰ ਹੈ, ਇੰਦਰਾ ਪੁਆਇੰਟ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੇ ਦੀਪ ਹਨ। ਤਾਂ ਇਹ ਦੀਪ ਜਿਹੜੇ ਤੁਸੀਂ ਮੈਪ ਦੇ ਉੱਪਰ ਦੇਖ ਸਕਦੇ ਹੋ, ਜਦੋਂ ਵੀ ਤੁਸੀਂ ਇੰਡੀਆ ਦਾ ਮੈਪ ਦੇਖਦੇ ਹੋ ਨੀਚੇ ਇਹ ਬਣੇ ਹੁੰਦੇ ਹਨ। ਠੀਕ ਹੈ, ਤਾਂ ਇਹਨਾਂ ਦੀਪਾਂ ਦੀ ਜਿਹੜੀ ਸੰਖਿਆ ਲਿਖੀ ਹੋਈ ਹੈ। ਉਸ ਤੋਂ ਬਾਅਦ ਕੁਛ ਦੀਪ ਜਿਹੜੇ ਤੱਟ ਦੇ ਬਿਲਕੁਲ ਨਾਲ ਹਨ। ਠੀਕ ਹੈ, ਜੋ ਰਨ ਆਫ ਕੱਛ ਦੀ ਗੱਲ ਕੀਤੀ ਗਈ ਹੈ, ਤਾਂ ਮੈਪ ਦੇਖੋਗੇ ਜਦ ਤੁਸੀਂ ਇੰਡੀਆ ਦਾ ਤਾਂ ਖੱਬੇ ਪਾਸੇ ਤੁਹਾਨੂੰ ਦਿਖਾਈ ਦੇਣਗੇ। ਠੀਕ ਹੈ, ਖੱਬੇ ਪਾਸੇ ਉਸ ਦੇ ਨੀਚੇ ਛੋਟੇ ਛੋਟੇ ਜਿਹੜੇ ਦਾਣੇ, ਮੰਨ ਲਓ ਮੈਪ ਆਪਾਂ ਦੇਖਦੇ ਹਾਂ, ਛੋਟੇ ਛੋਟੇ ਮੈਪ ਬਣੇ ਹੁੰਦੇ ਆ, ਉਹ ਇਹਨਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਇਹਨਾਂ ਦੀਪਸ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਅਤੇ ਅੱਗੇ ਹੈ ਤੱਟਵਰਤੀ ਮੈਦਾਨਾਂ ਦੇ ਸਮੁੱਚੀ ਦੇਸ਼ ਨੂੰ ਕੀ ਦੇਣ ਹੈ। ਹੁਣ ਤੱਟਵਰਤੀ ਮੈਦਾਨ, ਤੱਟ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਜਿੱਥੇ ਪਾਣੀ ਅਤੇ ਧਰਾਤਲ ਆਪਸ ਵਿੱਚ ਮਿਲਦੇ ਹਨ, ਉਸ ਨੂੰ ਤੱਟ ਬੋਲਦੇ ਆ। ਤਾਂ ਤੱਟਵਰਤੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਕਾਲੀ ਮਿਰਚ, ਠੀਕ ਆ, ਲੌਂਗ, ਇਲਾਇਚੀ ਆਦਿ ਦੀ ਖੇਤੀ ਲਈ ਪ੍ਰਸਿੱਧ ਹਨ। ਤਾਂ ਤੱਟਵਰਤੀ ਮੈਦਾਨ ਆ ਜਿਹੜੇ ਇਹ ਸਾਰੀ ਖੇਤੀ ਦੇ ਲਈ ਪ੍ਰਸਿੱਧ ਹਨ, ਬਹੁਤ ਹੀ ਮਹੱਤਵਪੂਰਨ। ਇਸ ਖੇਤਰ ਤੋਂ ਹੀ ਵਧੀਆ ਕਿਸਮ ਦੀ ਸਮੁੰਦਰੀ ਮੱਛੀ ਸਾਰੇ ਦੇਸ਼ ਭੇਜੀਆਂ ਜਾਂਦੀਆਂ ਹਨ। ਇਸੇ ਖੇਤਰ ਤੋਂ ਹੀ ਵਧੀਆ ਕਿਸਮ ਦੀਆਂ ਜਿਹੜੀਆਂ ਸਮੁੰਦਰੀ ਮੱਛੀਆਂ ਸਾਰੇ ਦੇਸ਼ ਨੂੰ ਭੇਜੀਆਂ ਜਾਂਦੀਆਂ ਹਨ। ਤਾਂ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਕਿ ਤੱਟਵਰਤੀ ਮੈਦਾਨ ਹੈ ਕੀ। ਠੀਕ ਹੈ, ਤਾਂ ਤੱਟਵਰਤੀ ਮੈਦਾਨ ਜਿਸ ਤਰ੍ਹਾਂ ਬਾਰ-ਬਾਰ ਮੈਂ ਦੱਸ ਰਿਹਾ ਤੁਹਾਨੂੰ, ਜਿੱਥੇ ਧਰਾਤਲ ਅਤੇ ਜਾਣੀ ਕਿ ਧਰਤ ਅਤੇ ਜਲ ਦਾ ਜਿਹੜਾ ਆਪਸ ਵਿੱਚ ਮੇਲ ਹੁੰਦਾ, ਜਿਵੇਂ ਤੁਸੀਂ ਦੇਖਦੇ ਹੋ ਨੀਚੇ ਸਾਡੇ ਸਮੁੰਦਰ ਸਾਗਰ ਹੈ, ਤਾਂ ਨਾਲ ਦੇ ਜੋ ਵੀ ਸਾਡੇ ਸਟੇਟਸ ਹੈ, ਜੋ ਵੀ ਏਰੀਆ, ਉਹ ਤੱਟ ਦੇ ਮੈਦਾਨ ਹਨ। ਠੀਕ ਹੈ, ਕੇਰਲ, ਤਾਮਿਲਨਾਡੂ ਵਗੈਰਾ। ਅਤੇ ਸਾਡੇ ਘਰਾਂ ਵਿੱਚ ਵਰਤਿਆ ਜਾਣ ਵਾਲਾ ਨਮਕ ਵੀ ਪੱਛਮੀ ਤੱਟੀ ਮੈਦਾਨਾਂ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਤਾਂ ਅਸੀਂ ਜਾਣਦੇ ਹਾਂ ਕਿ ਨਮਕ ਆ ਜਿਹੜਾ ਸਮੁੰਦਰ ਤੋਂ ਤਿਆਰ ਕੀਤਾ ਜਾਂਦਾ ਹੈ। ਤਾਂ ਜੋ ਸਾਡੇ ਘਰਾਂ ਦੇ ਵਿੱਚ ਨਮਕ ਵਰਤਿਆ ਜਾਂਦਾ ਹੈ, ਇਹ ਵੀ ਇਹਨਾਂ ਤੱਟੀ ਖੇਤਰਾਂ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਹਿਮਾਲਿਆਈ ਖੇਤਰਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ? ਤਾਂ ਬਹੁਤ ਮਹੱਤਵਪੂਰਨ ਯੋਗਦਾਨ ਹੈ। ਹਿਮਾਲਿਆ ਦੀਆਂ ਬਰਫ਼ ਨਾਲ ਢੱਕੀਆਂ ਪਹਾੜੀਆਂ ਸਾਰਾ ਸਾਲ ਨਦੀਆਂ ਵਿੱਚ ਪਾਣੀ ਵਹਾਉਂਦੀਆਂ ਰਹਿੰਦੀਆਂ ਹਨ। ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਪਾਣੀ ਹੈ ਜਿਹੜਾ ਹਿਮਾਲਿਆ ਪਰਬਤ ਦੀਆਂ ਨਦੀਆਂ ਦੁਆਰਾ ਮਿਲਦਾ ਹੈ। ਤਾਂ ਉਹੀ ਪਾਣੀ ਨਾਲ ਅਸੀਂ ਆਪਣੇ ਖੇਤਾਂ ਦੀ ਸਿੰਚਾਈ ਕਰਦੇ ਹਾਂ, ਜਿਸ ਨਾਲ ਸਾਡਾ ਜਾਣੀ ਕਿ ਪਿੰਡਾਂ ਦਾ ਖਾਸ ਕਰਕੇ ਬਹੁਤ ਵੱਡਾ ਹਿੱਸਾ ਤੁਹਾਨੂੰ ਪਤਾ ਖੇਤੀਬਾੜੀ ਉੱਪਰ ਨਿਰਭਰ ਹੀ ਹੈ। ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਕਰਕੇ ਭਾਰਤ ਦੇ ਮੈਦਾਨੀ ਖੇਤਰ ਉਪਜਾਊ ਹਨ। ਤਾਂ ਇਹਨਾਂ ਦੀ ਮਿੱਟੀ ਜੋ ਤਲ ਛੱਡ ਦੇ ਕਾਰਨ ਅਸੀਂ ਇਸ ਲੈਸਨ ਦੇ ਵਿੱਚ ਪੜ੍ਹਿਆ, ਜਿਹੜੇ ਮੈਦਾਨੀ ਜਿਵੇਂ ਉੱਤਰ ਦਾ ਸਾਡਾ ਖੁਦ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਤਾਂ ਪੰਜਾਬ ਦਾ ਮੈਦਾਨ ਇਹਨਾਂ ਨਦੀਆਂ ਦੀਆਂ ਉਪਜਾਊ ਮਿੱਟੀਆਂ ਨਾਲ ਬਣਿਆ ਹੈ। ਹਿਮਾਲਿਆ ਦੇ ਜੰਗਲਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਜੜੀ ਬੂਟੀਆਂ, ਫਰਨੀਚਰ, ਲੱਕੜ ਆਦਿ ਪ੍ਰਾਪਤ ਹੁੰਦੀ ਹੈ। ਹਿਮਾਲਿਆ ਦੀਆਂ ਤਿੱਖੀਆਂ ਢਲਾਨਾਂ 'ਤੇ ਬਿਜਲੀ ਪੈਦਾ ਕਰਨ ਵਾਲੇ ਡੈਮ ਬਣਾਏ ਗਏ ਹਨ। ਤਾਂ ਹਿਮਾਲਿਆ ਦੀਆਂ ਤਿੱਖੀਆਂ ਢਲਾਨਾਂ ਯਾਨੀ ਕਿ ਜਿੱਥੋਂ ਪਾਣੀ ਗਿਰਦਾ ਹੈ ਨੀਚੇ, ਤਾਂ ਉੱਥੇ ਬਿਜਲੀ ਪੈਦਾ ਕਰਨ ਵਾਲੇ ਕੀ ਹੈ, ਡੈਮ ਜਿਹੜੇ ਆ ਬਣਾਏ ਗਏ ਹਨ। ਤਾਂ ਇਸ ਪ੍ਰਕਾਰ ਇਹ ਜਿਹੜਾ ਹਿਮਾਲਿਆ ਪਰਬਤ ਦੇ ਖੇਤਰਾਂ ਦਾ ਸਾਡੇ ਸਮੁੱਚੇ ਦੇਸ਼ ਨੂੰ ਬਹੁਤ ਜ਼ਿਆਦਾ ਕੀ ਹੈ, ਉਹ ਵਿਕਾਸ ਦੇ ਵਿੱਚ, ਦੇਸ਼ ਦੇ ਵਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਆ। ਅਗਲਾ ਪ੍ਰਸ਼ਨ ਹੈ, ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੌਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਤਾਂ ਪ੍ਰਾਇਦੀਪੀ ਪਠਾਰ ਦਾ ਜਨਮ ਹਿਮਾਲਿਆ ਦੇ ਜਨਮ ਤੋਂ ਪਹਿਲਾਂ ਹੋਇਆ ਸੀ। ਪ੍ਰਾਇਦੀਪੀ ਪਠਾਰ ਅਤੇ ਤਿੱਬਤ ਦੀ ਪਠਾਰ ਦੇ ਇੱਕ ਦੂਜੇ ਵੱਲ ਵਧਣ ਕਰਕੇ ਗੋਂਡਵਾਨਾ ਲੈਂਡ ਜਮ੍ਹਾਂ ਤਲਛਟ ਦੀ ਉਚਾਈ ਵੱਧ ਗਈ ਅਤੇ ਹਿਮਾਲਿਆ ਪਰਬਤ ਹੋਂਦ ਵਿੱਚ ਆਇਆ। ਮਾਲਵੇ ਦੇ ਪਠਾਰ ਦੇ ਉੱਤਰ ਭਾਗ ਵਿੱਚ ਨਦੀਆਂ ਨੇ ਡੂੰਘੀਆਂ ਤੰਗ ਘਾਟੀਆਂ ਬਣਾ ਦਿੱਤੀਆਂ ਹਨ। ਇਸ ਪਠਾਰ ਦੇ ਘਾਟਾਂ 'ਤੇ ਬਣੇ ਝਰਨੇ ਅਤੇ ਡੈਮ ਸਿੰਚਾਈ ਲਈ ਪਾਣੀ ਅਤੇ ਉਦਯੋਗਾਂ ਲਈ ਬਿਜਲੀ ਪ੍ਰਦਾਨ ਕਰਦੇ ਹਨ। ਤਾਂ ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੌਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਅਸੀਂ ਪੜ੍ਹਿਆ ਹੀ ਹੈ ਕਿ ਕਿਸ ਤਰ੍ਹਾਂ ਅਲੱਗ-ਅਲੱਗ ਸਮੇਂ ਦੇ ਜਿਹੜਾ ਪ੍ਰਾਇਦੀਪੀ ਪਠਾਰ ਨੇ ਜਿਹੜਾ ਪ੍ਰਭਾਵਿਤ ਕੀਤਾ। ਪ੍ਰਭਾਵਿਤ ਕਰਨਾ ਯਾਨੀ ਕਿ ਕੋਈ ਕਿਸੇ ਵੀ ਕਿਸਮ ਦਾ ਅਸਰ ਛੱਡਣਾ ਕਿਸੇ ਚੀਜ਼ ਦੇ ਉੱਪਰ, ਚੰਗਾ ਜਾਂ ਮਾੜਾ। ਅੱਗੇ ਇਸ ਦੇ ਵਿੱਚ ਪ੍ਰਸ਼ਨ ਹੈ ਜੀ, ਅੰਤਰ ਦੱਸਣਾ ਸੀ ਤਰਾਈ ਅਤੇ ਬਾਂਗਰ ਦੇ ਵਿੱਚ, ਬਾਂਗਰ ਅਤੇ ਖਾਂਡਰ ਵਿੱਚ। ਤਰਾਈ ਅਤੇ ਭਾਂਬਰ ਸਭ ਤੋਂ ਪਹਿਲਾਂ ਹੈ। ਦਰਿਆਵਾਂ ਦੁਆਰਾ ਲਿਆਂਦੀ ਰੇਤ, ਬਜਰੀ ਆਦਿ ਦੇ ਜਮ੍ਹਾਂ ਹੋਣ ਕਰਕੇ ਕੰਕਰ ਭਾਂਬਰ ਦੇ ਮੈਦਾਨ ਵਿੱਚ ਆਉਂਦੇ ਹਨ। ਠੀਕ ਹੈ, ਅਤੇ ਭਾਂਬਰ ਖੇਤਰਾਂ ਦੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਮੁੜ ਨਿਕਲ ਆਉਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ।
इस दलदली भूमि ਨੂੰ ਤਰਾਈ मैदान ਕਿਹਾ ਜਾਂਦਾ ਹੈ। ਯਾਨੀ ਕਿ ਪਹਿਲਾਂ ਅਸੀਂ ਦਰਿਆਵਾਂ ਦੁਆਰਾ ਲਿਆਂਦੀ ਰੇਤ ਬਜਰੀ ਆਦਿ ਜਮ੍ਹਾਂ ਹੋਣ ਕਰਕੇ ਕੰਕਰ ਭਾਂਬਰ ਦੇ ਮੈਦਾਨ ਬਣਦੇ ਆ, ਅਤੇ ਜਦੋਂ ਉਹ ਭਾਂਬਰ ਖੇਤਰ ਵਿੱਚ ਅਲੋਪ ਨਦੀਆਂ ਅਲੋਪ ਹੋ ਜਾਂਦੀਆਂ, ਜੋ ਮੁੜ ਪਾਣੀ ਨਿਕਲ ਆਵੇ ਤਾਂ ਦਲਦਲੀ ਖੇਤਰ ਬਣ ਜਾਂਦਾ, ਜਿਸ ਨੂੰ ਤਰਾਈ ਦੇ ਮੈਦਾਨ ਕਿਹਾ ਜਾਂਦਾ ਹੈ। ਬਾਂਗਰ ਅਤੇ ਖਾਂਡਰ ਦਰਿਆਵਾਂ ਵਿੱਚ ਹਰ ਸਾਲ ਹੜ੍ਹ ਆਉਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿਛ ਜਾਂਦੀਆਂ ਹਨ। ਅਜਿਹੇ ਹੜ੍ਹ ਦੇ ਅਸਰ ਵਾਲੇ ਖੇਤਰ ਨੂੰ ਖਾਂਡਰ ਦੇ ਮੈਦਾਨ ਕਿਹਾ ਜਾਂਦਾ ਹੈ। ਬਾਂਗਰ ਦੇ ਮੈਦਾਨ ਉੱਚੇ ਹੁੰਦੇ ਹਨ, ਇਸ ਲਈ ਇੱਥੇ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਦਾ ਅਤੇ ਭੂਮੀ ਵਿੱਚ ਚੂਨੇ ਅਤੇ ਕੰਕਰ ਪੱਥਰ ਜ਼ਿਆਦਾ ਹੁੰਦੇ ਹਨ। ਯਾਨੀ ਕਿ ਇਹ ਜਿਹੜੇ ਇਲਾਕੇ ਹੈਗੇ ਆ ਉੱਚੇ ਹੁੰਦੇ ਹਨ। ਤਾਂ ਇਸ ਨੂੰ ਅਸੀਂ ਬਾਰ ਪੜ੍ਹਾਂਗੇ, ਜਦ ਇਸ ਨੂੰ ਸੁਣਾਂਗੇ ਤਾਂ ਸਾਡੀ ਇਹ ਸਮਝ ਦੇ ਵਿੱਚ ਆ ਜਾਣਾ ਹੈ ਕਿ ਬਾਂਗਰ ਹੈ ਜਿੱਥੇ ਕਿ ਮਿੱਟੀ ਦੀਆਂ ਨਵੀਆਂ ਤਹਿਾਂ ਵਿਛ ਜਾਂਦੀਆਂ ਹਨ। ਅਜਿਹੇ ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ, ਜਿਹੜੀ ਕਿ ਬਾਰ ਜਿੱਥੇ ਹੜ੍ਹ ਆਉਂਦਾ ਤਾਂ ਨਵੀਂ ਮਿੱਟੀ ਵਿਛਦੀ ਰਹਿੰਦੀ ਹੈ, ਤੁਹਾਨੂੰ ਪਤਾ ਹੀ ਹੈ, ਤਾਂ ਉਸ ਨੂੰ ਅਸੀਂ ਖਾਂਡਰ ਦਾ ਨਾਮ ਦਿੰਦੇ ਹਾਂ, ਖਾਂਡਰ ਦੇ ਮੈਦਾਨ। ਬਾਂਗਰ ਦੇ ਮੈਦਾਨ ਉਹ ਆ ਜਿੱਥੇ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਦਾ, ਇਹ ਉੱਚੇ ਹੁੰਦੇ ਆ। ਤਾਂ ਉੱਚੇ ਜੋ ਜਗ੍ਹਾ ਉੱਚੀ ਹੁੰਦੀ ਹੈ ਉਸ ਕਰਕੇ ਉੱਥੇ ਚੂਨੇ ਪੱਥਰ ਕੰਕਰ ਆਦਿ ਜ਼ਿਆਦਾ ਹੁੰਦੇ ਹਨ, ਉਸ ਨੂੰ ਅਸੀਂ ਬੋਲਦੇ ਹਾਂ ਬਾਂਗਰ ਦੇ ਮੈਦਾਨ। ਠੀਕ ਹੈ ਬੱਚੇ, ਤਾਂ ਅਗਲੇ ਦੇ ਜਿਹੜੇ ਕੁਐਸਚਨ ਆ ਉਹ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ। ਤਦ ਤੱਕ ਲਈ ਇਸ ਨੂੰ ਤੁਸੀਂ ਆਪਣਾ ਅਭਿਆਸ ਕਰੋ। ਵੀਡੀਓ ਦੇਖਣ ਲਈ ਬਹੁਤ ਧੰਨਵਾਦ।